24 ਅਗਸਤ ਨੂੰ ਇੱਕ ਖਬਰ ਆਉਂਦੀ ਹੈ ਕਿ ਕੇਂਦਰ ਸਰਕਾਰ ਨੇ ਯੂਪੀਐਸ ਜਾਨੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਅਜਿਹੀ ਸਕੀਮ ਜੋ ਸਰਕਾਰੀ ਕਰਮਚਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਫਾਇਦੇ ਲਈ ਲਿਆਂਦੀ ਗਈ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਕਿਹਾ ਇਸ ਸਕੀਮ ਦੇ ਤਹਿਤ 23 ਲੱਖ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਜੇਕਰ ਸੂਬਾ ਸਰਕਾਰ ਵੀ ਇਸ ਸਕੀਮ ਨੂੰ ਅਪਣਾਉਂਦੀ ਹੈ ਜਾਂ ਫਿਰ ਉਹਨਾਂ ਦੇ ਮੁਲਾਜ਼ਮ ਇਸ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਇਸ ਸਕੀਮ ਦਾ ਫਾਇਦਾ ਲਗਭਗ 90 ਲੱਖ मुलाजमा मिल सकता है। राज्य सरकारें अगर इसी फ्रेमवर्क को, इसी आर्किटेक्चर को यूज करना चाहे तो राज्य सरकारें भी इस आर्किटेक्चर को यूज कर सकती है। अगर राज्य सरकार के कर्मचारी भी इसमें शामिल होते हैं तो करीब 90 लाख के आसपास टोटल कर्मचारी इसका बेनिफिट लेंगे। ਹੁਣ ਤੁਹਾਡੇ ਮਨ ਵਿੱਚ ਕਈ ਸਵਾਲ ਆ ਰਹੇ ਹੋਣਗੇ ਕਿ ਆਖਿਰ ਇਹ ਯੂਪੀਐਸ ਹੈ ਕੀ ਹੈ ਇਸ ਦੇ ਫਾਇਦੇ ਤੇ ਨੁਕਸਾਨ ਤੇ ਯੂਪੀਐਸ ਐਨਪੀਐਸ ਅਤੇ ਓਪੀਐਸ ਤੋਂ ਅਲੱਗ ਕਿਵੇਂ ਹੈ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਸਾਰੇ ਜਵਾਬਾਂ ਲਈ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਅੰਤ ਤੱਕ। नमस्ते, सत श्री अकाल। तुसीं देख रहे हो रितम पंजाबी ते मैं हां शिवानी अरोड़ा। केंद्र सरकार ਦੇ 23 ਲੱਖ ਮੁਲਾਜ਼ਮਾਂ ਨੂੰ ਸਰਕਾਰ ਦੀ ਨਵੀਂ ਸਕੀਮ ਯੂਨੀਫਾਈਡ ਪੈਨਸ਼ਨ ਸਕੀਮ ਦਾ ਤੁਰੰਤ ਲਾਭ ਮਿਲਣਾ ਯਕੀਨੀ ਹੈ। ਇਸ ਸਕੀਮ ਦਾ ਉਦੇਸ਼ ਰਿਟਾਇਰਮੈਂਟ ਤੋਂ ਬਾਅਦ ਘੱਟੋ-ਘੱਟ ਪੈਨਸ਼ਨ ਪ੍ਰਦਾਨ ਕਰਨਾ ਹੈ ਜੋ ਉਹਨਾਂ ਦੀ ਸੇਵਾ ਦੇ ਸਾਲਾਂ ਅਤੇ ਉਹਨਾਂ ਦੀ ਬੇਸਿਕ ਸੈਲਰੀ ਤੇ ਆਧਾਰਿਤ ਹੋਵੇਗੀ। ਇਹ ਸਕੀਮ ਮਹਿੰਗਾਈ ਭੱਤੇ ਡੀਏ ਨਾਲ ਜੁੜੀ ਹੋਈ ਹੈ ਜਿਸ ਦਾ ਮਤਲਬ ਹੈ ਕਿ ਜਿਵੇਂ ਹੀ ਇਹ ਵਧੇਗਾ ਪੈਨਸ਼ਨ ਦੀ ਰਕਮ ਵੀ ਵਧੇਗੀ। ਯੂਪੀਐਸ ਵਿੱਚ ਸਰਕਾਰ ਦਾ ਯੋਗਦਾਨ 18.5% ਹੋਵੇਗਾ ਜੋ ਕਿ ਐਨਪੀਐਸ ਦੇ ਮੁਕਾਬਲੇ 14% ਵੱਧ ਹੈ। ਦੱਸ ਦਈਏ ਕਿ ਯੂਨੀਫਾਈਡ ਪੈਨਸ਼ਨ ਸਕੀਮ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਚਲੋ ਹੁਣ ਇਸ ਨੂੰ ਹੋਰ ਆਸਾਨ ਭਾਸ਼ਾ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੱਸ ਦਈਏ ਕਿ ਇਹ ਸਰਕਾਰੀ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਹੈ ਜਿਸ ਨੂੰ ਐਨਪੀਐਸ ਦੇ ਬਦਲ ਵਜੋਂ ਲਿਆਂਦਾ ਗਿਆ ਹੈ। ਯੂਪੀਐਸ ਦੇ ਤਹਿਤ ਇੱਕ ਨਿਸ਼ਚਿਤ ਪੈਨਸ਼ਨ ਦਾ ਪ੍ਰਬੰਧ ਹੋਵੇਗਾ ਜੋ ਐਨਪੀਐਸ ਵਿੱਚ ਨਹੀਂ ਸੀ। ਇਸ ਵਿੱਚ ਘੱਟੋ-ਘੱਟ ਪੈਨਸ਼ਨ 10,000 ਰੁਪਏ ਤੈਅ ਕੀਤੀ ਗਈ ਹੈ। ਇਸ ਸਕੀਮ ਤਹਿਤ 25 ਸਾਲ ਕੰਮ ਕਰਨ ਵਾਲੇ ਕਰਮਚਾਰੀ ਨੂੰ ਉਸ ਦੀ ਸੇਵਾ ਖਤਮ ਹੋਣ ਤੋਂ ਪਹਿਲਾਂ ਪਿਛਲੇ 12 ਸਾਲਾਂ ਤੋਂ ਪੈਨਸ਼ਨ ਵਜੋਂ ਪ੍ਰਾਪਤ ਬੇਸਿਕ ਪੇ ਦਾ 50% ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਕੀਮ ਵਿੱਚ ਇੱਕ ਪਰਿਵਾਰ ਲਈ ਨਿਸ਼ਚਿਤ ਪੈਨਸ਼ਨ ਪ੍ਰਦਾਨ ਕੀਤੀ ਗਈ ਹੈ ਜੋ ਕਿ ਕਰਮਚਾਰੀ ਨੂੰ ਮਿਲਣ ਵਾਲੀ ਪੈਨਸ਼ਨ ਦਾ 60% ਹੋਵੇਗਾ। ਕਰਮਚਾਰੀ ਦੀ ਮੌਤ ਹੋਣ ਤੋਂ ਤੁਰੰਤ ਬਾਅਦ ਇਸ ਸਕੀਮ ਦਾ ਲਾਭ ਕਰਮਚਾਰੀ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਵਿੱਚ ਘੱਟੋ-ਘੱਟ 10 ਸਾਲ ਦੀ ਸੇਵਾ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਯੂਪੀਐਸ ਵਿੱਚ 10,000 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਘੱਟੋ-ਘੱਟ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਿੰਗਾਈ ਦੇ ਹਿਸਾਬ ਨਾਲ ਯਕੀਨੀ ਪੈਨਸ਼ਨ, ਨਿਸ਼ਚਿਤ ਪਰਿਵਾਰਕ ਪੈਨਸ਼ਨ ਅਤੇ ਯਕੀਨੀ ਘੱਟੋ-ਘੱਟ ਪੈਨਸ਼ਨ ਵਿੱਚ ਬਦਲਾਅ ਕੀਤੇ ਜਾਣਗੇ। ਇਹ ਸਕੀਮ ਤਾਂ ਵੈਸੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਲਿਆਈ ਗਈ ਹੈ ਪਰ ਸੂਬਾ ਸਰਕਾਰਾਂ ਨੂੰ ਵੀ ਇਸ ਯੋਜਨਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਜੇਕਰ ਸੂਬਾ ਸਰਕਾਰਾਂ ਯੂਪੀਐਸ ਦੀ ਚੋਣ ਕਰਦੀਆਂ ਹਨ ਤਾਂ ਲਾਭ ਪਾਤਰੀਆਂ ਦੀ ਗਿਣਤੀ ਲਗਭਗ 90 ਲੱਖ ਹੋ ਜਾਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਇਸ ਸਕੀਮ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਸਰਕਾਰ ਮੁਤਾਬਕ ਬਕਾਏ ਦਾ ਨਿਪਟਾਰਾ ਕਰਨ ਲਈ 800 ਕਰੋੜ ਰੁਪਏ ਖਰਚ ਹੋਣਗੇ। ਪਹਿਲੇ ਸਾਲ ਪੈਨਸ਼ਨ ਲਈ ਸਰਕਾਰੀ ਖਜ਼ਾਨੇ ਤੇ 6,250 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਯੂਪੀਐਸ ਵਿੱਚ ਕੌਣ ਹੋ ਸਕਦਾ ਹੈ ਸ਼ਾਮਿਲ? ਆਓ ਤੁਹਾਨੂੰ ਦੱਸਦੇ ਹਾਂ। ਦੱਸ ਦਈਏ ਕਿ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਰਾਸ਼ਟਰੀ ਪੈਨਸ਼ਨ ਯੋਜਨਾ ਐਨਪੀਐਸ ਵਿੱਚ ਬਣੇ ਰਹਿਣ ਜਾਂ ਯੂਨੀਫਾਈਡ ਪੈਨਸ਼ਨ ਯੋਜਨਾ ਯੂਪੀਐਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਇਹ ਉਹਨਾਂ ਸਾਰੇ ਲੋਕਾਂ ਤੇ ਵੀ ਲਾਗੂ ਹੋਵੇਗਾ ਜੋ 2004 ਤੋਂ ਬਾਅਦ ਐਨਪੀਐਸ ਦੇ ਤਹਿਤ ਸੇਵਾ ਮੁਕਤ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਯੂਪੀਐਸ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ। ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਹਰ ਸਾਲ ਸਰਕਾਰੀ ਖਜ਼ਾਨੇ ਤੇ 6,250 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਸਰਕਾਰ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਉਹ ਐਨਪੀਐਸ ਵਿੱਚ ਰਹਿਣ ਜਾਂ ਫਿਰ ਯੂਪੀਐਸ ਵਿੱਚ ਸ਼ਾਮਿਲ ਹੋਣ। ਇਹ ਸਕੀਮ ਉਹਨਾਂ ਸਾਰੇ ਲੋਕਾਂ ਤੇ ਲਾਗੂ ਹੋਵੇਗੀ ਜੋ 2004 ਤੋਂ ਬਾਅਦ ਐਨਪੀਐਸ ਅਧੀਨ ਸੇਵਾ ਮੁਕਤ ਹੋਏ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਯੂਪੀਐਸ ਤੇ ਓਪੀਐਸ ਤੇ ਐਨਪੀਐਸ ਵਿੱਚ ਆਖਿਰ ਫਰਕ ਕੀ ਹੈ। ਪਹਿਲਾ ਪੁਆਇੰਟ ਆਉਂਦਾ ਹੈ ਪੈਨਸ਼ਨ ਗਾਰੰਟੀ ਦਾ। ਦੱਸ ਦਈਏ ਕਿ ਸਥਿਰ ਪੈਨਸ਼ਨ ਯੂਪੀਐਸ ਅਤੇ ਓਪੀਐਸ ਦੋਵਾਂ ਵਿੱਚ ਦਿੱਤੀ ਜਾਂਦੀ ਹੈ, ਜਦੋਂ ਕਿ ਐਨਪੀਐਸ ਵਿੱਚ ਪੈਨਸ਼ਨ ਦੀ ਰਕਮ ਮਾਰਕੀਟ ਦੀ ਕਾਰਗੁਜ਼ਾਰੀ ਤੇ ਨਿਰਭਰ ਕਰਦੀ ਹੈ। ਦੂਜਾ ਯੋਗਦਾਨ, ਓਪੀਐਸ ਵਿੱਚ ਕੋਈ ਯੋਗਦਾਨ ਨਹੀਂ ਸੀ, ਜਦੋਂ ਕਿ ਯੂਪੀਐਸ ਅਤੇ ਐਨਪੀਐਸ ਵਿੱਚ ਕਰਮਚਾਰੀ ਅਤੇ ਸਰਕਾਰ ਦੋਵਾਂ ਦਾ ਯੋਗਦਾਨ ਹੁੰਦਾ ਹੈ। ਯੂਪੀਐਸ ਵਿੱਚ ਸਰਕਾਰ ਦਾ ਯੋਗਦਾਨ 18.5% ਹੈ, ਜੋ ਕਿ ਐਨਪੀਐਸ ਦੇ 14% ਤੋਂ ਜ਼ਿਆਦਾ ਹੈ। ਤੀਜਾ ਮਹਿੰਗਾਈ ਤੋਂ ਰਾਹਤ, ਓਪੀਐਸ ਅਤੇ ਯੂਪੀਐਸ ਦੋਵਾਂ ਵਿੱਚ ਮਹਿੰਗਾਈ ਭੱਤੇ ਦੇ ਅਨੁਸਾਰ ਪੈਨਸ਼ਨ ਵੱਧਦੀ ਹੈ, ਜਦੋਂ ਕਿ ਐਨਪੀਐਸ ਵਿੱਚ ਇਹ ਸਹੂਲਤ ਨਹੀਂ ਦਿੱਤੀ ਗਈ ਹੈ। ਚੌਥਾ ਟੈਕਸ ਛੋਟ, ਐਨਪੀਐਸ 'ਚ ਟੈਕਸ ਛੋਟ ਦੇ ਕਈ ਫਾਇਦੇ ਹਨ, ਜਦਕਿ ਯੂਪੀਐਸ 'ਚ ਟੈਕਸ ਛੋਟ ਬਾਰੇ ਕੁਝ ਵੀ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਯੂਪੀਐਸ ਕੁਝ ਮਾਮਲਿਆਂ ਵਿੱਚ ਐਨਪੀਐਸ ਨਾਲੋਂ ਬਿਹਤਰ ਹੈ, ਪਰ ਓਪੀਐਸ ਦੇ ਮੁਕਾਬਲੇ ਇਹ ਅਜੇ ਵੀ ਕਈ ਮਾਮਲਿਆਂ ਵਿੱਚ ਪਿੱਛੇ ਹੈ। ਇਸ ਸਕੀਮ ਨਾਲ ਜੁੜੀ ਹਰ ਇੱਕ ਅਪਡੇਟ ਅਸੀਂ ਤੁਹਾਡੇ ਨਾਲ ਰਿਤਮ ਪੰਜਾਬੀ ਤੇ ਸਾਂਝੀ ਕਰਦੇ ਰਵਾਂਗੇ। ਧੰਨਵਾਦ।